गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे जो अपन सतगुरु गुरबाणी गुरु राही उपदेश बख्शिश कर रही साडे मन नूं समझाउंदे जिन्ना भी उपदेश दिता जा रही है, मन नूं दिता जा रहा है, मन नूं समझाया जा रहा है। हुण मन नूं समझाउंदे कि इस संसार दे विच जदों असीं आउंदे इत्थे असीं कल्ले आए हाँ ते कल्लिआं नहीं असीं इत्थों वापस जाना। साडे मन दा इत्थे संसार दे विच होर कोई है नहीं, परमात्मा तो बिना ते नाम तो बिना साडा कोई संगी साथी नहीं जिहड़ा साडे नाल चले अगे, जिहड़ा साडा साथ देवे। इसलिए महाराज सच्चे पातशाह सानूं फिर समझाउंदे बई ਉਹਦਾ की भरोसा करना जिहड़ा अंत समय साडे नाल ना चले, जिहड़ा सानूं छड़ा ना सके। इस वास्ते फिर मन नूं कहंदे भी तू शब्द दी विचार करके देख बई इस संसार दे विच तेरा है कौन है। सतगुरु फरमाउंदे है मन तेरा वो नहीं कर वेख शब्द विचार। और जदों आप शब्द की विचार करते हैं, गुरबाणी गुरु की विचार करते हैं, फिर सानूं पता लगता भी साडा इत्थे है कोई नहीं। ये सिर्फ साडा संजोग है। पिछले पूर्वले जन्मां दे असीं सारे संजोगी इकट्ठे होए हैं, एक परिवार और संगी साथी, ये साडा संजोग है। पर अंत समय इन्हां दे विचों साडा साथ किसी ने नहीं देना आखे।
ਮਾਰੇ ਫਰਮਾਉਂਦੇ ਮਾਤ ਪਿਤਾ ਸੁਤ ਬੰਧ ਪਿਸ਼ਟ ਮੀਤ ਔਰ ਭਾਈ। ਊਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਬਈ ਇਹ ਪੂਰਬਲੇ ਜਨਮਾਂ ਦੀ ਅਸੀਂ ਸਾਰੇ ਸੰਜੋਗੀ ਇਕੱਠੇ ਹੋਏ, ਅਤੇ ਜੇ ਆਖੀਏ ਵੀ ਅੰਤ ਸਮੇਂ ਕੋਈ ਅੱਗੇ ਸਾਥ ਦੇਵੇਗਾ, ਸਾਡਾ ਸਾਥ ਕਿਸੇ ਨੇ ਨਹੀਂ ਦੇਣਾ। ਸਾਡਾ ਇਕੱਲਿਆਂ ਇਕੱਲਿਆਂ ਦਾ ਹਿਸਾਬ ਹੈ ਸਾਰਾ, ਜੋ ਸਾਨੂੰ ਸਵਾਸਾਂ ਦਾ ਧਨ ਦਿੱਤਾ ਮਾਲਕ ਨੇ, ਸਾਡੇ ਮਨ ਤੋਂ ਹੀ ਵਾਪਸ ਹਿਸਾਬ ਕਿਤਾਬ ਲਿਆ ਜਾਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਗਾ, ਇਹ ਆਪੋ ਆਪਣਾ ਸਾਨੂੰ ਖੁਦ ਨੂੰ ਹੀ ਦੇਣਾ ਪੈਂਦਾ। ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੀ ਬਈ ਇਹ ਹਿਸਾਬ ਤੂੰ ਹੀ ਰੱਖ। ਜੇ ਤੂੰ ਹਿਸਾਬ ਰੱਖਿਆ ਹੋਏਗਾ ਤੇ ਤੈਨੂੰ ਹਿਸਾਬ ਦੇਣਾ ਸੌਖਾ ਹੋ ਜਾਏਗਾ। ਜਿਵੇਂ ਕੋਈ ਸੰਸਾਰ ਦਾ ਹਿਸਾਬ ਕਿਤਾਬ ਹੁੰਦਾ, ਇੱਕ ਨੌਕਰ ਹੈ, ਮਾਲਕ ਨੇ ਉਹ ਤੋਂ ਜੇ ਹਿਸਾਬ ਮੰਗਿਆ, ਜੇ ਉਹਨੇ ਲਿਖਿਆ ਹੋਇਆ ਸਾਰਾ ਕੁਛ, ਤੇ ਉਹ ਹਿਸਾਬ ਦੇ ਦਿੰਦੇ ਇਕੱਲਾ ਇਕੱਲਾ ਵੀ ਆਹ ਪਿਆ ਜੀ ਹਿਸਾਬ। ਜੇ ਹੁਣ ਉਹਨੇ ਕੁਛ ਲਿਖਿਆ ਹੀ ਨਹੀਂ ਤੇ ਮਾਲਕ ਨੇ ਹਿਸਾਬ ਮੰਗਿਆ ਤੇ ਉਹ ਦਿਖਾਏਗਾ ਕੀ। ਇਸੇ ਤਰ੍ਹਾਂ ਹੀ ਫਿਰ ਮਨ ਨੂੰ ਸਮਝਾਉਂਦੇ ਬਈ ਜਦੋਂ ਅਸੀਂ ਇਹ ਲੋਕ ਦੇ ਵਿੱਚ ਆਉਂਦੇ ਹਾਂ, ਸਾਡਾ ਜਿਹੜਾ ਲੇਖਾ ਉਹ ਸ਼ੁਰੂ ਹੋ ਜਾਂਦਾ। ਜਿਵੇਂ ਅਸੀਂ ਬੋਲਣਾ ਸ਼ੁਰੂ ਕੀਤਾ, ਸਾਡਾ ਉਹ ਲਿਖਿਆ ਜਾਣਾ ਵੀ ਅਸੀਂ ਕਿਸ ਹੱਟ 'ਤੇ ਬੋਲੇ, ਕੀ ਬੋਲੇ, ਰਜੋ ਗੁਣ 'ਤੇ ਬੋਲੇ, ਤਮੋ ਗੁਣ 'ਤੇ ਬੋਲੇ ਜਾਂ ਸਤੋ ਗੁਣ 'ਤੇ ਬੋਲੇ, ਉਹ ਸਾਡਾ ਉੱਥੇ ਹੀ ਲਿਖਿਆ ਜਾਣਾ। ਜੋ ਅਸੀਂ ਸੁਣਦੇ ਹਾਂ, ਸਾਡਾ ਸੁਣਨਾ ਲੇਖੇ ਵਿੱਚ ਵੀ ਅਸੀਂ ਕਿਹੜੀ ਗੱਲ ਸੁਣਦੇ ਹਾਂ, ਕਿੱਥੇ ਦੀ ਸੁਣਦੇ ਹਾਂ, ਉਹ ਸਾਡਾ ਲਿਖਿਆ ਜਾਂਦਾ। ਜੋ ਅਸੀਂ ਦੇਖ ਰਹੇ ਹਾਂ, ਸਾਡਾ ਦੇਖਣਾ ਲੇਖੇ ਵਿੱਚ ਵੀ ਅਸੀਂ ਕੀ ਦੇਖ ਰਹੇ ਹਾਂ, ਉਹ ਸਾਡਾ ਲਿਖਿਆ ਜਾਂਦਾ। ਜਾਣੀ ਦੀ ਜੋ ਵੀ ਅਸੀਂ ਕਰਦੇ ਹਾਂ, ਸਾਰਾ ਕੁਝ ਸਾਡਾ ਲਿਖਿਆ ਜਾਂਦਾ ਵੀ ਅਸੀਂ ਕਿੱਥੇ ਧਨ ਸਵਾਸਾਂ ਦਾ ਖਰਚ ਕਰਦੇ। ਸਾਡੇ ਮਨ ਨੂੰ ਸਮਝਾਉਂਦੇ ਵੀ ਇਹ ਤੈਨੂੰ ਕਿਸੇ ਪੜ੍ਹੇ ਲਿਖਣ ਦੇ ਪੁੱਛਣ ਦੀ ਲੋੜ ਨਹੀਂ ਹੈ। ਇਹ ਤਾਂ ਸਾਡੇ ਮਾਤਾ ਪਿਤਾ ਨੇ ਸਾਨੂੰ ਧਨ ਦਿੱਤਾ ਹੈ, ਅਤੇ ਸਾਤੋਂ ਹੀ ਵਾਪਸੀ 'ਤੇ ਪੁੱਛਿਆ ਜਾਣਾ ਵੀ ਕਿੱਥੇ ਕਿੱਥੇ ਖਰਚ ਕਰਕੇ ਆਏ। ਇਸ ਲਈ ਮਾਰੇ ਫਰਮਾਉਂਦੇ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਬਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਬਈ ਜੋ ਵੀ ਅਸੀਂ ਕਰਦੇ ਹਾਂ, ਚੱਲਦੇ ਹਾਂ, ਬਹਿੰਦੇ ਹਾਂ, ਤੁਰਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਖਾਣਾ ਖਾਂਦੇ ਹਾਂ, ਸਾਰਾ ਕੁਝ ਸਾਡਾ ਲਿਖਿਆ ਜਾਂਦਾ। ਬਈ ਅਸੀਂ ਸਵੇਰ ਤੋਂ ਲੈ ਕੇ ਜਿੰਨਾ ਸਮਾਂ ਇਹ ਲੋਕ ਵਿੱਚ ਆਪਾਂ ਰਹੇ, ਵੀ ਅਸੀਂ ਕੀ ਕੀ ਕੀਤਾ, ਇੱਕ ਇੱਕ ਸਵਾਸ ਦਾ ਸਾਡਾ ਲਿਖਿਆ ਜਾਂਦਾ। ਚਿਤਰਗੁਪਤ ਉਹ ਲਿਖਦੇ ਨੇ, ਧਰਮ ਰਾਏ ਨੂੰ ਰਿਪੋਰਟ ਦਿੰਦੇ, ਅਤੇ ਸਾਡਾ ਮਨ ਹੈ ਜਿਹੜਾ, ਇਹ ਮਨ ਨੂੰ ਵੀ ਹੁਕਮ ਹੈ ਵੀ ਤੂੰ ਵੀ ਲਿਖਣਾ। ਵੀ ਜੋ ਜੋ ਲੈ ਕੇ ਲਿਆਏਗਾ ਉਸੇ ਮੁਤਾਬਕ ਹੀ ਤੇਰਾ ਜਿਹੜਾ ਫੈਸਲਾ, ਉਹ ਫੈਸਲਾ ਸੁਣਾਤੀ। ਸਾਡਾ ਮਾਤਾ ਪਿਤਾ ਐਡਾ ਦਿਆਲੂ ਕਿਰਪਾਲੂ ਹੈ ਵੀ ਉਹਨੇ ਸਾਰਾ ਕੁਛ ਮਨ ਨੂੰ ਹੀ ਦੇ ਦਿੱਤਾ ਵੀ ਤੇਰੀ ਇੱਛਾ, ਜੋ ਲਿਖੇਗਾ ਉਹਦੇ ਮੁਤਾਬਕ ਸੁਣਾ ਦਿਆਂਗੇ ਫੈਸਲਾ। ਮਾਰੇ ਕਹਿੰਦੇ ਆਪੇ ਪੱਟੀ ਕਲਮ, ਆਪ ਉੱਪਰ ਲਿਖ ਭੀਤੂ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਬਈ ਸਾਡੇ ਮਨ ਨੇ ਉਹਦੇ ਆਪ ਵੀ ਲਿਖਣਾ ਹਿਸਾਬ ਕਿਤਾਬ ਆਪਦਾ, ਵੀ ਕਿੱਥੇ ਕਿੱਥੇ ਧਨ ਹੈ ਜਿਹੜਾ ਇਹ ਮੇਰਾ ਸਵਾਸਾਂ ਦਾ ਖਰਚ ਹੋ ਰਿਹਾ, ਕਿਹੜੇ ਹੱਟ 'ਤੇ ਮੈਂ ਜ਼ਿਆਦਾ ਧਨ ਖਰਚ ਕਰਦਾ,
किन्ने असी रजोगुण ते कीते, किन्ने असी तमोगुण ते कीते, किन्ने असी सतोगुण ते खर्च कीते, ते किन्नी सानू बचत हुई, किन्ना धन असी मोख दे हट ते जमा कराया। ये असी रोज़ दा रोज़ हिसाब आप लिखना हुंदा उत्थे। जिवें संसार दे जीव हिसाब किताब लिखदे, कई जीव होंदे भी वो सारा भी किन्ना खर्चा होया, किन्नी आमदन हुई, किन्नी बचत हुई, वो सारा हिसाब कढ़दे। और इस तरह ही साडे मन नूं कहंदे भी तूं हिसाब आपदा लिखना। और कोई विरला ही है गुरमुख जिहड़ा फिर हिसाब रखदा। संसार दे हिसाब किताब तो बहुत जीव रखते माया दी, पर हिसाब कोई विरला ही रखता, कोई लखां चो कोई करोड़ां चो। इस वास्ते फिर सानू समझाउंदे भी हुण असीं लिखना की, भी जे असीं भुल गए हाँ तो असीं गुरु तो पुछ के लिख ली। फिर सानू गुरु दसदा भी की लिखना। महाराज कहंदे जाल मोह घस मस कर, भी ये जिहड़ा जाल पिया होया साडे उत्ते मोह दा, इस जाल नूं साड़ के दी शाही बना। मत कागज कर सार, मत नूं कागज बना लो। औ कलम कर चित लिखारी गुर पिछ लिख विचार। औ दी कलम बना के चित नूं लिखारी बना के लिखो। की लिखिए? महाराज कहते लिख नाम सलाह, लिख लिख अंत ना बारा बार। बाबा इहो लेखा लिख जान, जिथे लेखा मंगीए तिथे होए सच्चा निशान। महाराज कहते भी गुरु तो पुछ के लिख लो, जे भुल गए हो तो की लिखिए? कहते मालक की सिफ सलाह लिखो बाबते मन की पट्टी ते, परमात्मा के गुण मालक की वडियाई करो, ये लिखो। जिमें भगतां ने आखिया मेरी पटिया लिख दिओ श्री गोपाल, बई मेरे मन की पट्टी दे उत्ते बई परमात्मा का जो नाम है वो नाम लिख दी। बई मैनू होर नहीं कुछ लिखना, बई वो मालक का ही नाम लिखना है। मेरा और पढ़न से वो ना ही काम, मेरी पटिया लिख दिओ श्री गोपाल, भी मालक का नाम मन के उत्ते हिरदे उत्ते। सो जदों फिर आप ये मालक की सिफ सलाह करांगे, उसकी वडियाई करांगे, फिर साडे मन के उत्ते जिहड़ी मैल है मैल नहीं रहेगी। साडे मन की मैल उतर जाएगी, साडा मन निर्मल हो जाएगा, शुद्ध हो जाएगा। ये हुण आपां फिर समझाउंदे भी जे साडा मन शुद्ध होएगा, साडा मन निर्मल होएगा, फिर सानू लेखा देना जिहड़ा वो सौखा, हिसाब देना वो सहीला हो जाता। किथे हिसाब हुंदा साडा सच्चे दरबार दे विच। महाराज कहंदे कबीर लेखा देना सहीला, जो दिल सूची होए उस साचे दीवान में पल्ला न पकड़े कोई। बई सानू फिर लेखा देना सौखा सच्चे दरबार दे विच, जिथे साडे कर्मां दा फैसला हुंदा। महाराज फरमाउंदे कर्मी कर्मी होए विचार, सच्चा आप सच्चा दरबार। उथे साडे मन के कर्मां का फैसला हुंदा भी मन ने की कर्म कीते।
ਮਨ ਦੇ ਕਰਮ ਕੀ ਨੇ, ਇਹ ਵਿਚਾਰ ਔਰ ਨੇ ਕਿ ਮਨ ਸਾਡਾ ਕਿਹੜੇ ਵਿਚਾਰ ਲੈਂਦਾ ਰਿਹਾ, ਕਿਹੜੇ ਹੱਟ 'ਤੇ ਰਿਹਾ। ਇਹ ਫਿਰ ਮਨ ਦੇ ਕਰਮ ਨੇ ਅਤੇ ਇਹਨਾਂ ਕਰਮਾਂ ਦਾ ਹਿਸਾਬ। ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਇੱਕ ਤਾਂ ਕਰਮ ਹੈ ਜਿਹੜਾ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ, ਇੱਕ ਕਰਮ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦਾ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ, ਬਈ ਇਹ ਆਪੋ ਆਪਣੇ ਕਰਮ ਨੇ ਸਾਡੇ ਮਨ ਦੇ। ਬਈ ਇੱਕ ਕਰਮ ਜਿਹੜਾ ਅਸੀਂ ਕਰਦੇ ਹਾਂ ਉਹ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ। ਜਦੋਂ ਅਸੀਂ ਕਰਮ ਗੁਰੂ ਦੀ ਮੱਤ ਦੁਆਰਾ ਕਰਦੇ ਹਾਂ ਉਹ ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦਾ। ਔਰ ਜਦੋਂ ਅਸੀਂ ਅਵਰ ਕਾਜ ਕਰਦੇ ਹਾਂ ਉਹ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ। ਅਵਰ ਕਰਮ ਜਦੋਂ ਅਸੀਂ ਕਿਸੇ ਨਾਲ ਵੀ ਮਨ ਦੇ ਵਿੱਚ ਵੈਰ ਵਿਰੋਧ ਰੱਖਦੇ ਹਾਂ, ਕਿਸੇ ਦੀ ਈਰਖਾ ਕਰਦੇ ਹਾਂ, ਕਿਸੇ ਨਾਲ ਨਫ਼ਰਤ ਕਰਦੇ ਹਾਂ, ਹਉਮੈ ਹੰਕਾਰ ਕਰਦੇ ਹਾਂ, ਉਹ ਸਾਡਾ ਕੀਤਾ ਹੋਇਆ ਕਰਮ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦਾ। ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਦੇ ਹਾਂ, ਇਹ ਕਰਮ ਜਦੋਂ ਅਸੀਂ ਕਰਦੇ ਹਾਂ ਸਿਮਰਨ, ਮਾਲਕ ਦੀ ਸਿਫਤ ਸਲਾਹ ਵਡਿਆਈ, ਇਹ ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦਾ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹਨਾਂ ਕਰਮਾਂ ਦਾ ਦੋਸ਼, ਬਈ ਸਾਡੇ ਕਰਮ ਕਿੱਦਾਂ ਦੇ ਨੇ, ਵੀ ਉਹੀਓ ਸਾਨੂੰ ਕਰਮ ਹੀ ਪਰਮਾਤਮਾ ਤੋਂ ਨੇੜੇ ਤੇ ਉਹ ਸਾਨੂੰ ਦੂਰ ਲੈ ਕੇ ਜਾਂਦੇ। ਇਸੇ ਨੇ ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੇ ਅਵਰ ਜਨ। ਬਈ ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਸਾਡੇ ਕਰਮਾਂ ਦਾ। ਕਰਮ ਕੀ, ਸਾਡੇ ਵਿਚਾਰ, ਸਾਡੇ ਫੁਰਨੇ। ਬਈ ਅਸੀਂ ਕਿੱਦਾਂ ਦੇ ਕਰਮ ਕਰਦੇ ਹਾਂ, ਵੀ ਅਸੀਂ ਅਵਰ ਕਰਮ ਕਰਦੇ ਹਾਂ, ਅਵਰ ਕਾਜ ਕਰਦੇ ਹਾਂ। ਜੇ ਉਹ ਕਰਾਂਗੇ ਅਤੇ ਉਹ ਤਾਂ ਸਾਨੂੰ ਪਰਮਾਤਮਾ ਤੋਂ ਦੂਰ ਹੀ ਲੈ ਕੇ ਜਾਣਗੇ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਈ ਇਹ ਜਿਹੜੇ ਅਵਰ ਕਾਜ ਤੂੰ ਕਰਨ ਲੱਗਾ, ਵੀ ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ, ਇਹ ਤੈਨੂੰ ਪਰਮਾਤਮਾ ਤੋਂ ਦੂਰ ਲੈ ਜਾਣ। ਤੂੰ ਮਾਲਕ ਤੋਂ ਬੇਮੁਖ ਹੋਇਆ ਰਹੇਗਾ, ਤੈਨੂੰ ਲੇਖਾ ਦੇਣਾ ਬੜਾ ਔਖਾ ਹੋਏਗਾ ਕਿਉਂਕਿ ਤੂੰ ਅਵਰ ਕਾਜ ਕਰ ਰਹੀ ਹੈ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਅਵਰ ਕਾਜ ਛੱਡੋ ਅਤੇ ਆਪਣਾ ਘਰ ਦਾ ਕੰਮ ਕਰੋ। ਸਾਡਾ ਘਰ ਦਾ ਕੰਮ ਹੈ ਫਿਰ ਇਹ ਸਿਮਰਨ ਕਰਨਾ, ਮਾਲਕ ਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਵਡਿਆਈ ਕਰਨੀ, ਇਹ ਆਪਣਾ ਘਰ ਦਾ ਕੰਮ ਹੈ। ਘਰ ਦੇ ਕੰਮ 'ਤੇ ਫਿਰ ਉਹਨਾਂ ਨੂੰ ਲਾਉਂਦੇ ਜਿਹੜੇ ਗੁਰਮੁਖ ਗੁਰੂ ਦੀ ਸੇਵਾ ਕਰਦੇ। ਮਹਾਰਾਜ ਕਹਿੰਦੇ ਜੋ ਜਨ ਗੁਰ ਕੀ ਸੇਵਾ ਕਰੀ ਸੋ ਘਰ ਕੀ ਕੰਮ ਹਰ ਲਾਇਆ। ਬਈ ਘਰ ਦਾ ਕੰਮ ਹੈ ਸਿਮਰਨ ਕਰਨਾ, ਕਰਾਉਣਾ, ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਕਥਾ ਕਹਾਣੀ ਕਰਨੀ, ਇਹ ਮਾਲਕ ਦੇ ਘਰ ਦਾ ਕੰਮ ਹੈ। ਇਸ ਵਾਸਤੇ ਫਿਰ ਜਿਨ੍ਹਾਂ ਨੂੰ ਮਾਲਕ ਆਪਦੇ ਘਰ ਦੇ ਕੰਮ 'ਤੇ ਲਾਉਂਦਾ, ਕਿਹਨਾਂ ਨੂੰ ਲਾਉਂਦਾ, ਜਿਹੜੇ ਗੁਰੂ ਦੀ ਸੇਵਾ ਕਰਦੇ, ਉਹਨਾਂ ਨੂੰ ਖੁਸ਼ ਹੋ ਕੇ ਆਪਣੇ ਘਰ ਦੇ ਕੰਮ 'ਤੇ ਲਾ ਲੈਂਦੇ। ਫਿਰ ਜਦੋਂ ਅਸੀਂ ਆਪਦੇ ਘਰ ਦੇ ਕੰਮ 'ਤੇ ਲੱਗਦੇ ਹਾਂ ਅਤੇ ਉਹ ਫਿਰ ਆਪਾਂ ਅੱਗੇ ਵੀ ਦੱਸਦੇ ਵੀ ਆਪਦਾ ਕੰਮ ਕਰੋ, ਘਰ ਦਾ ਕਰੋ, ਇਹ ਅਵਰ ਕਾਜ ਨੂੰ ਛੱਡੋ। ਕਿਉਂਕਿ ਜਿਆਦਾ ਕਿ ਆਪਾਂ ਸਤ ਸੰਗਤ ਨਹੀਂ ਕਰਦੇ, ਪਹਿਲਾਂ ਤਾਂ ਸਾਨੂੰ ਇਹੋ ਨਹੀਂ ਪਤਾ ਲੱਗਦਾ ਵੀ ਕਰਮ ਕੀ ਨੇ।
ਆਮ ਜੀਵ ਦਾ ਇਹੋ ਸਮਝਦਾ ਵੀ ਮੇਰੇ ਕਰਮ ਮਾੜੇ ਨੇ ਜੀ, ਪਿਛਲੇ ਪਤਾ ਨਹੀਂ ਮੈਂ ਕਿਹੜੇ ਕਰਮ ਕੀਤੇ, ਉਹ ਇਸ ਕਰਕੇ ਉਹ ਸਮਝਦਾ ਵੀ ਪਿਛਲੇ ਆ। ਔਰ ਇਹ ਨਹੀਂ ਪਤਾ ਵੀ ਕਰਮ ਤਾਂ ਅਸੀਂ ਰੋਜ਼ ਦੀ ਰੋਜ਼ ਹਰ ਇੱਕ ਸਵਾਸ ਦੇ ਨਾਲ ਸਾਡਾ ਕਰਮ ਹੋ ਰਿਹਾ, ਸਾਡਾ ਕਰਮ ਬਣ ਰਿਹਾ। ਜਿਹੜੇ ਸਵਾਸ ਦੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਚੇਤੇ ਕਰਦੇ, ਨਹੀਂ ਸਿਮਰਨ ਕਰਦੇ, ਉਹ ਸਾਡਾ ਜਿਹੜਾ ਸਵਾਸ ਉਹ ਵਿਅਰਥ ਚਲਾ ਜਾਂਦਾ, ਉਹ ਅਵਰਕਾਜ ਦੇ ਵਿੱਚ ਲੱਗ ਜਾਂਦਾ। ਆਈਆਂ ਮਾਰੇ ਸਾਨੂੰ ਫਰਮਾਉਂਦੇ, ਜੋ ਦਮ ਚਿੱਤ ਨਾ ਆਵਈ ਸੋ ਦਮ ਵਿਅਰਥਾ ਜਾਈ, ਕਿ ਜਿਹੜੇ ਦਮ ਦੇ ਨਾਲ ਅਸੀਂ ਨਹੀਂ ਮਾਲਕ ਨੂੰ ਯਾਦ ਕੀਤਾ, ਨਹੀਂ ਸਿਮਰਨ ਕੀਤਾ, ਉਹ ਸਾਡਾ ਵਿਅਰਥ ਚਲਾ ਗਿਆ। ਜਦੋਂ ਵਿਅਰਥ ਚਲਾ ਗਿਆ ਤੇ ਸਾਨੂੰ ਘਾਟਾ ਪੈ ਗਿਆ, ਉਹੀਓ ਸਾਡਾ ਕਰਮ ਬਣ ਗਿਆ ਵੀ ਅਸੀਂ ਉਹ ਸਵਾਸ ਦੇ ਨਾਲ ਕੀਤਾ ਕੀ, ਅਸੀਂ ਉਹ ਕਿੱਥੇ ਵਰਤਿਆ। ਜੇ ਅਸੀਂ ਉਹ ਸਵਾਸ ਨਾਲ ਕਿਸੇ ਦੀ ਬੁਰਾਈ ਕੀਤੀ, ਕਿਸੇ ਦੀ ਨਿੰਦਿਆ ਕੀਤੀ, ਉਹ ਸਵਾਸ ਦਾ ਸਾਡਾ ਖਰਚ ਹੋਇਆ ਹੀ ਹੋਇਆ, ਉਹ ਤਾਂ ਖਰਾਬ ਹੋਇਆ ਹੀ ਹੋਇਆ। ਉਹ ਨਾਲ ਅਸੀਂ ਉਹ ਅਵਰਕਾਜ ਦੀ ਹੋਰ ਮੈਲ ਲਾ ਲਈ ਉੱਥੇ, ਉਹੀਓ ਸਾਡਾ ਕਰਮ ਬਣ ਗਿਆ। ਇਸ ਕਰਕੇ ਫਿਰ ਇਹੋ ਜਦੋਂ ਅਸੀਂ ਪਲ ਪਲ ਹੀ ਸਵਾਸ ਲੈਂਦੇ ਹਾਂ, ਇਹ ਸਾਡੇ ਕਰਮ ਬਣਦੇ ਜਾਂਦੇ। ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਉਹ ਫਿਰ ਸਾਡੇ ਇਹਨਾਂ ਕਰਮਾਂ ਦੀ ਹੀ ਜਿਹੜੀ ਮੈਲ, ਉਹ ਫਿਰ ਮੈਲ ਲੱਗਦੀ ਜਾਂਦੀ, ਅੱਗੇ ਦੀ ਅੱਗੇ ਜਨਮ ਦਰ ਜਨਮ ਉਹ ਸਾਡੇ 'ਤੇ ਮੈਲ ਚੜ੍ਹਦੀ ਜਾਂਦੀ। ਇਸੇ ਵਰਤਾਈ ਫਿਰ ਮਹਾਰਾਜ ਕਹਿੰਦੇ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਗਾ ਸ਼ਾਹੂ। ਬਈ ਇਹ ਮਨ ਦੇ ਉੱਤੇ ਜਨਮ ਜਨਮ ਦੀ ਗਾਂਹ ਦੀ ਗਾਂਹ ਫਿਰ ਮੈਲ 'ਤੇ ਮੈਲ ਚੜ੍ਹਦੀ ਆਉਂਦੀ, ਕਿਉਂਕਿ ਅਸੀਂ ਇਹਨੂੰ ਧੋਂਦੇ ਨਹੀਂ, ਇਹਨੂੰ ਸਾਫ਼ ਨਹੀਂ ਕਰਦੇ। ਔਰ ਇਸੇ ਤਰ੍ਹਾਂ ਹੀ ਜਿਵੇਂ ਇਸ ਜਨਮ ਦੇ ਵਿੱਚ ਹੁਣ ਅਸੀਂ ਜਿਉਂ ਸੁਰਤ ਸੰਭਾਲੀ, ਜੇ ਅਸੀਂ ਸਿਮਰਨ ਨਹੀਂ ਕਰਦੇ, ਸਤ ਸੰਗਤ ਨਹੀਂ ਕਰਦੇ, ਉਹ ਸਾਡੀ ਕਰਮ ਦੀ ਗਾਂਹ ਦੀ ਗਾਂਹ ਮੈਲ 'ਤੇ ਮੈਲ, ਮੈਲ 'ਤੇ ਮੈਲ ਚੜ੍ਹਦੀ ਜਾਂਦੀ ਉੱਤੇ ਦੀ ਉੱਤੇ। ਉਹ ਇੰਨੀ ਮੈਲ ਚੜ੍ਹ ਜਾਂਦੀ ਮਨ 'ਤੇ ਵੀ ਇਹ ਕਾਲਾ ਹੋ ਜਾਂਦਾ, ਸਾਨੂੰ ਆਪਣਾ ਆਪਾ ਨਜ਼ਰ ਹੀ ਨਹੀਂ ਆਉਂਦਾ, ਸਾਨੂੰ ਆਪਣਾ ਆਪਾ ਹੀ ਭੁੱਲ ਜਾਂਦਾ ਵੀ ਅਸੀਂ ਕੌਣ ਹਾਂ, ਸਾਡਾ ਸਰੂਪ ਕੀ ਹੈ। ਇਸ ਵਾਸਤੇ ਫਿਰ ਪਿਛਲੇ ਯੁੱਗਾਂ ਦੇ ਵਿੱਚ ਕਿਸੇ ਨੇ ਇੰਨਾ ਖੋਲ੍ਹ ਕੇ ਭੇਤ ਨਹੀਂ ਦਿੱਤਾ ਇਹ ਮਨ ਬਾਰੇ। ਇਸ ਕਲਯੁੱਗ ਦੇ ਸਮੇਂ ਵਿੱਚ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਇਹ ਬੜਾ ਖੋਲ੍ਹ ਕੇ ਭੇਤ ਦਿੱਤਾ ਮਨ ਦਾ, ਵੀ ਇਹ ਜਿਹੜਾ ਮਨ ਹੈ ਸਾਡਾ, ਜੇ ਮੈਲਾ ਹੋ ਵੀ ਗਿਆ ਹੈ ਤੇ ਇਹਦੀ ਮੈਲ ਉਤਰ ਸਕਦੀ, ਜੇ ਕਾਲਾ ਸ਼ਾਹ ਵੀ ਹੋ ਗਿਆ ਤਾਂ ਵੀ ਇਹ ਸ਼ੁੱਧ ਹੋ ਸਕਦਾ, ਇਹ ਨਿਰਮਲ ਹੋ ਸਕਦਾ, ਪਵਿੱਤਰ ਹੋ ਸਕਦਾ। ਭਾਈਓ ਫਿਰ ਸਾਨੂੰ ਸਮਝਾਉਂਦੇ ਬਈ ਇਹ ਮਨ ਦੀ ਜਿਹੜੀ ਮੈਲ ਹੈ, ਮੈਲ ਉਤਰਨੀ ਨਾਮ ਦੁਆਰਾ, ਗੁਰੂ ਦੀ ਮੱਤ ਦੁਆਰਾ, ਗਿਆਨ ਦੁਆਰਾ। ਜਦੋਂ ਹੁਣ ਆਪਾਂ ਇਸ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਸਿਮਰਨ ਕਰਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਫਿਰ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਫਿਰ ਆਪਾਂ ਨੂੰ ਜੋ ਸਤਿਗੁਰੂ ਇਹ ਗਿਆਨ ਦਿੰਦੇ, ਇਸ ਗਿਆਨ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਲੈਂਦੇ। ਇਹ ਗਿਆਨ ਨੂੰ ਫਿਰ ਰਤਨ ਕਹਿੰਦੇ। ਜਦੋਂ ਇਹ ਰਤਨ ਸਾਨੂੰ ਗਿਆਨ ਹੋ ਜਾਏਗਾ, ਫਿਰ ਇਹ ਗਿਆਨ ਦੁਆਰਾ ਅਸੀਂ ਮਨ ਨੂੰ ਮਾਂਜ ਲੈਂਗੇ। ਜਦੋਂ ਇਹ ਮਨ ਨੂੰ ਮਾਂਜਾਂਗੇ ਫਿਰ ਇਹ ਮੈਲਾ ਨਹੀਂ ਹੋਏਗਾ। ਮਹਾਰਾਜ ਕਹਿੰਦੇ, ਗਿਆਨ ਰਤਨ ਮਨ ਮਾਂਜੀਏ, ਬੌਰ ਨਾ ਮੈਲਾ ਹੋਏ। ਬਈ ਇਹ ਗਿਆਨ ਰਤਨ ਹੈ, ਇਹਦੇ ਦੁਆਰਾ ਇਹ ਮਨ ਨੂੰ ਮਾਂਜ ਲੈਣਾ, ਮਨ ਨੂੰ ਧੋ ਲੈਣਾ। ਜਦੋਂ ਅਸੀਂ ਮਨ ਨੂੰ ਧੋ ਲਾਂਗੇ ਤੇ ਫਿਰ ਇਹ ਮੈਲਾ ਨਹੀਂ ਹੋਏਗਾ। ਜੇ ਸਾਨੂੰ ਗਿਆਨ ਹੋਏਗਾ, ਗਿਆਨ ਦੁਆਰਾ ਅਸੀਂ ਇਹ ਮਨ ਨੂੰ ਰੋਕ ਲੈਂਦੇ, ਫਿਰ ਇਹ ਮੈਲਾ ਨਹੀਂ ਹੁੰਦਾ।
ਜਿਵੇਂ ਹੁਣ ਆਪਾਂ ਨੂੰ ਇਹ ਗਿਆਨ ਦਿੱਤਾ ਜਾਂਦਾ ਵੀ ਅਵਰ ਕਾਜ ਕਰਾਂਗੇ ਅਤੇ ਇਹਦੇ 'ਤੇ ਮੈਲ ਲੱਗੇਗੀ। ਅਵਰ ਕਾਜ ਕੀ ਵੀ ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਾਂਗੇ, ਕਿਸੇ ਨਾਲ ਈਰਖਾ ਕਰਾਂਗੇ, ਕਿਸੇ ਨਾਲ ਨਫ਼ਰਤ ਕਰਾਂਗੇ, ਅਤੇ ਇਹ ਸਾਡੇ ਮਨ ਦੇ ਉੱਤੇ ਮੈਲ ਲੱਗ ਜਾਂਦੀ ਅਵਰ ਕਾਜ ਦੀ। ਅਤੇ ਜਦੋਂ ਆਪਾਂ ਨੂੰ ਗਿਆਨ ਹੁੰਦਾ ਅਸੀਂ ਗਿਆਨ ਦੁਆਰਾ ਹੀ ਮਨ ਨੂੰ ਰੋਕ ਲੈਂਦੇ ਹਾਂ, ਸਾਡਾ ਮਨ ਰੁਕ ਜਾਂਦਾ ਹੈ। ਜਦੋਂ ਮਨ ਰੁਕ ਗਿਆ, ਇਹ ਗਿਆਨ ਰਤਨ ਹੈ ਅਤੇ ਰਤਨ ਦੁਆਰਾ ਆਪਾਂ ਮਾਂਜ ਲਿਆ ਇਹਨੂੰ, ਅਤੇ ਮੈਲਾ ਨਹੀਂ ਹੋਏਗਾ। ਮੈਲਾ ਉਦੋਂ ਹੁੰਦਾ ਜਦੋਂ ਇਹ ਇੱਧਰ ਇੱਕ ਚਿੱਤ ਹੋ ਕੇ ਸੰਸਾਰ ਦੀ ਬੁਰਾਈ ਕਰਦਾ ਕਿਸੇ ਦੀ। ਜਦੋਂ ਅਸੀਂ ਪੂਰਾ ਧਿਆਨ ਇੱਧਰ ਮਾਇਆ ਵੱਲ ਲਾ ਦਿੰਦੇ, ਜਦੋਂ ਕਿ ਕਿਸੇ ਦੀ ਨਿੰਦਾ ਕਰਦਾ ਅਸੀਂ ਬੜੇ ਧਿਆਨ ਦੇ ਨਾਲ ਜੇ ਸੁਣਦੇ ਹਾਂ, ਉਹੀਓ ਨਿੰਦਾ ਦੀ ਮੈਲ ਉਹ ਸਾਡੇ ਮਨ ਦੇ ਉੱਤੇ ਲੱਗ ਜਾਂਦੀ। ਜੇ ਸਾਨੂੰ ਗਿਆਨ ਹੋਏਗਾ ਅਸੀਂ ਸਮਦ੍ਰਿਸ਼ਟੀ ਰਵਾਂਗੇ। ਜੇ ਕਿਸੇ ਨੇ ਨਿੰਦਾ ਕੀਤੀ ਵੀ, ਆਪਾਂ ਗਿਆਨ ਦੁਆਰਾ ਮਨ ਨੂੰ ਰੋਕਿਆ ਹੋਇਆ, ਉਹ ਸਾਡੇ ਉੱਤੇ ਮੈਲ ਲੱਗੇਗੀ ਨਹੀਂ, ਕਿਉਂਕਿ ਆਪਾਂ ਉਹਨੂੰ ਇੱਕ ਚਿੱਤ ਹੋ ਕੇ ਸੁਣਿਆ ਨਹੀਂ। ਜਦੋਂ ਅਸੀਂ ਇੱਕ ਚਿੱਤ ਹੋ ਕੇ ਸੁਣਾਂਗੇ ਨਹੀਂ ਅਤੇ ਉਹ ਸਾਡੇ ਅੰਦਰ ਵਸੇਗੀ ਨਹੀਂ ਗੱਲ, ਸਾਨੂੰ ਭੁੱਲ ਜਾਏਗੀ, ਸਾਨੂੰ ਯਾਦ ਹੀ ਨਹੀਂ ਰਹਿਣਾ ਵੀ ਕਿਹਨੇ ਕੀ ਆਖੀ ਅਸੀਂ। ਜੇ ਅਸੀਂ ਇੱਕ ਚਿੱਤ ਹੋ ਕੇ ਸੁਣਦੇ ਹਾਂ ਫਿਰ ਉਹ ਗੱਲ ਸਾਨੂੰ ਭੁੱਲਦੀ ਨਹੀਂ, ਉਹ ਸਾਡੇ ਅੰਦਰ ਵਸ ਜਾਂਦੀ। ਜਦੋਂ ਸਾਡੇ ਅੰਦਰ ਵਸ ਜਾਂਦੀ ਅਤੇ ਉਹੀਓ ਮੈਲ ਹੈ, ਉਹੀਓ ਮੈਲ ਫਿਰ ਸਾਡੇ ਮਨ ਨੂੰ ਲੱਗਦੀ, ਉਹ ਫਿਰ ਦਾਗ ਲੱਗ ਜਾਂਦੀ ਸਾਡੇ ਮਨ 'ਚ। ਇਸ ਵਾਸਤੇ ਫਿਰ ਸਤਿਗੁਰੂ ਆਪ ਨੂੰ ਸਮਝਾਉਂਦੇ ਵੀ ਇਹਨਾਂ ਅਵਰ ਕਾਜਾਂ ਦੀ ਸਾਡੇ ਮਨ 'ਤੇ ਮੈਲ ਚੜ੍ਹਦੀ ਹੈ, ਅਤੇ ਗਿਆਨ ਦੁਆਰਾ ਅਸੀਂ ਮਨ ਨੂੰ ਰੋਕਣਾ ਹੁੰਦਾ। ਜੇ ਹੁਣ ਸਾਨੂੰ ਗਿਆਨ ਹੈ, ਜਿਵੇਂ ਮਹਾਰਾਜ ਕਹਿੰਦੇ ਵੀ ਕੱਜਲ ਦੀ ਕੋਠੜੀ, ਇਹ ਤਰ੍ਹਾਂ ਗੁਣਾਂ ਨੂੰ ਮਾਇਆ ਨੂੰ ਕੱਜਲ ਦੀ ਕੋਠੜੀ ਆਖੀ। ਹੁਣ ਆਪਾਂ ਚਿੱਟੇ ਵਸਤਰ ਪਾ ਕੇ ਕੱਜਲ ਦੀ ਕੋਠੜੀ 'ਚ ਵੜਾਂਗੇ ਅਤੇ ਉਹ ਕਾਲਖ ਤਾਂ ਲੱਗੇਗੀ, ਕਿਸੇ ਨਾ ਕਿਸੇ ਪਾਸੇ ਦਾਗ ਤਾਂ ਲੱਗ ਹੀ ਜਾਣਾ। ਜੇ ਮਹਾਰਾਜ ਕਹਿੰਦੇ ਵੀ ਦਾਗ ਲੱਗ ਗਏ ਅਤੇ ਉਹਨੂੰ ਗਿਆਨ ਦੁਆਰਾ ਤੁਸੀਂ ਝਾੜ ਦਿਓ, ਸਿਮਰਨ ਕਰਕੇ ਝਾੜ ਦਿਓ। ਮਹਾਰਾਜ ਫਰਮਾਉਂਦੇ ਓੜੇ ਵਸਤਰ ਕਾਜਲ ਮੇ ਪੜਿਆ ਬੌਰ ਬੌਰ ਫਿਰ ਝਾੜੀ। ਬਈ ਜਦੋਂ ਅਸੀਂ ਇਹ ਤ੍ਰੈ ਗੁਣਾ 'ਚ ਆਵਾਂਗੇ, ਮਾਇਆ ਦੇ ਵਿੱਚ ਆਵਾਂਗੇ, ਅਤੇ ਇੱਥੇ ਸਾਡੇ 'ਤੇ ਕਾਲਖ ਲੱਗੀ ਜਾਣੀ। ਜੇ ਕਾਲਖ ਲੱਗ ਗਈ, ਜੇ ਸਾਨੂੰ ਗਿਆਨ ਹੈ ਅਤੇ ਅਸੀਂ ਗਿਆਨ ਦੁਆਰਾ ਨੂੰ ਲਾ ਦੇਣਾ। ਜੇ ਸਾਨੂੰ ਗਿਆਨ ਨਹੀਂ, ਅਸੀਂ ਸਿਮਰਨ ਨਹੀਂ ਕਰਦੇ, ਉਹ ਕਾਲਖ ਲਾਈ ਨਹੀਂ, ਅਤੇ ਉਹ ਅੱਗੇ ਦੀ ਅੱਗੇ ਹੋਰ ਅਤੇ ਹੋਰ ਚੜ੍ਹਦੀ ਜਾਣੀ ਗਾਂਹ ਦੀ ਗਾਂਹ। ਇਸ ਵਾਸਤੇ ਫਿਰ ਇਹ ਆਪਾਂ ਨੂੰ ਸਤਿਗੁਰਾਂ ਨੇ ਜੀਵਨ ਦੀ ਜਾਂਚ ਦੱਸੀ ਵੀ ਇਹ ਸੰਸਾਰ ਦੇ ਵਿੱਚ ਅਸੀਂ ਕਿਵੇਂ ਵਿਚਰਨਾ, ਜਦੋਂ ਅਸੀਂ ਆਉਣਾ ਕਿਵੇਂ ਅਸੀਂ ਇੱਥੇ ਰਹਿਣਾ, ਅਤੇ ਜਦੋਂ ਅਸੀਂ ਇੱਥੋਂ ਵਾਪਸ ਜਾਣਾ ਕਿਵੇਂ ਅਸੀਂ ਵਾਪਸ ਜਾਣਾ ਆਪਦੇ ਘਰ। ਜਾਣ ਤੋਂ ਪਹਿਲਾਂ ਕਿਵੇਂ ਅਸੀਂ ਇਸ਼ਨਾਨ ਕਰਨਾ ਪਰਾਗ 'ਤੇ, ਕਿਵੇਂ ਅਸੀਂ ਤਰਵੈਣੀ 'ਤੇ ਇਸ਼ਨਾਨ ਕਰਨਾ, ਕਿਵੇਂ ਅਸੀਂ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਨਾ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਸਾਰੀ ਜਿਹੜੀ ਮੈਲ ਹੈ ਉਹ ਮੈਲ ਲੱਥ ਜਾਂਦੀ। ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਬਈ ਸਾਡੇ ਮਨ 'ਤੇ ਜਿਹੜੀ ਮੈਲ ਲੱਗੀ ਸੀ, ਜਦੋਂ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਿਆ ਅਤੇ ਮਨ ਦੀ ਜਿਹੜੀ ਮੈਲ ਸੀ ਉਹ ਮੈਲ ਲੱਥ ਗਈ। ਜਿਵੇਂ ਹੁਣ ਆਪਾਂ ਨੂੰ ਇਸ ਸੰਸਾਰ ਦਾ ਗਿਆਨ ਹੈ, ਸੰਸਾਰ ਦੇ ਵਿੱਚ ਆਪਾਂ ਕਰਮ ਕਰਦੇ ਹਾਂ, ਇਹ ਕੱਪੜਾ ਪਹਿਨਦੇ ਹਾਂ, ਕੱਪੜਾ ਮੈਲਾ ਹੋ ਜਾਂਦਾ, ਸਾਡਾ ਜਿਹੜਾ ਤਨ ਹੈ ਤਨ ਮੈਲਾ ਹੋ ਜਾਂਦਾ। ਜੇ ਹੁਣ ਕੱਪੜਾ ਮੈਲਾ ਹੋ ਜਾਂਦਾ ਹੈ, ਤਨ ਮੈਲਾ ਹੋ ਜਾਂਦਾ ਹੈ, ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਧੋ ਦਿੰਦੇ ਹਾਂ, ਅਤੇ ਜਦੋਂ ਧੋ ਦਿੰਦੇ ਹਾਂ ਤਾਂ ਮੈਲ ਲੈ ਜਾਂਦੀ। ਇਸੇ ਤਰ੍ਹਾਂ ਹੀ ਕੱਪੜਾ ਮੈਲਾ ਹੋ ਗਿਆ
ਤੇ ਉਹਨੂੰ ਸਾਬਣ ਲਾ ਦਿੰਦੇ, ਮੈਲ ਉਤਰ ਗਈ। ਇੱਕ ਵਾਰ ਨਹੀਂ 2 ਵਾਰੀ ਲਾ ਦਾਂਗੇ, ਜ਼ਿਆਦਾ ਮੈਲਾ ਹੋ ਗਿਆ 2 ਵਾਰੀ ਲਾ ਲਓ, ਜੇ ਉਦੋਂ ਵੱਧ ਹੋ ਗਿਆ 3 ਵਾਰੀ ਲਾ ਲਓ। ਔਰ ਇਸੇ ਤਰ੍ਹਾਂ ਹੀ ਫਿਰ ਸਾਡੇ ਮਨ ਦਾ, ਜੇ ਹੁਣ ਸਾਡੇ ਮਨ 'ਤੇ ਮੈਲ ਚੜ੍ਹ ਵੀ ਗਈ ਹੈ, ਕੋਈ ਮੈਲ ਲੱਗ ਵੀ ਗਈ ਹੈ, ਅਤੇ ਉਹ ਅਸੀਂ ਇਸ਼ਨਾਨ ਕਰਾਂਗੇ ਅਤੇ ਮੈਲ ਲੈ ਜਾਏਗੀ। ਪਰ ਜੇ ਹੁਣ ਸਾਨੂੰ ਇਹੋ ਨਹੀਂ ਪਤਾ ਵੀ ਅਸੀਂ ਇਸ਼ਨਾਨ ਕਿਵੇਂ ਕਰਨਾ, ਇਸ਼ਨਾਨ ਕਰੀਏ ਨਾ, ਜਿਵੇਂ ਹੁਣ ਕੱਪੜਾ ਮੈਲਾ ਹੋ ਗਿਆ, ਆਪਾਂ ਇਹਨੂੰ ਧੋਈਏ ਹੀ ਨਾ, ਅਤੇ ਉਹਦਾ ਹੋਰ ਮੈਲ ਉਹਨੂੰ ਪਾਈ ਜਾਈਏ, ਹੋਰ ਮੈਲਾ ਹੋਈ ਜਾਣਾ, ਉਹਨੂੰ ਪਾਈ ਜਾਈਏ, ਹੋਰ ਮੈਲਾ ਹੋ ਜਾਣਾ। ਇਵੇਂ ਸਰੀਰ ਹੈ, ਜੇ ਹੁਣ ਅਸੀਂ ਰੋਜ਼ ਨਹਾਈਏ ਨਾ, ਇਹਨੇ ਮੈਲਾ ਹੋ ਜਾਣਾ, ਅਤੇ ਇੱਕ ਦਿਨ ਨਾ ਨਹਾਈਏ, 2 ਦਿਨ, ਦੂਜੇ ਦਿਨ ਨਾ ਨਹਾਈਏ, ਹੋਰ ਮੈਲ ਚੜ੍ਹ ਜਾਣੀ, ਤੀਜੇ ਦਿਨ ਹੋਰ ਚੜ੍ਹ ਜਾਣੀ। ਔਰ ਇਸੇ ਤਰ੍ਹਾਂ ਹੀ ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਜਿਹੜਾ ਹੁਣ ਕਦੇ ਨਹਾਤਾ ਹੀ ਨਹੀਂ, ਜਿਹਨੇ ਕਦੇ ਇਸ਼ਨਾਨ ਹੀ ਨਹੀਂ ਕੀਤਾ, ਅਤੇ ਦੇਖੋ ਉਹਦੀ ਕੀ ਹਾਲਤ ਹੋਏਗੀ ਮਨ ਦੀ। ਆਪਾਂ ਸਰੀਰ ਕਰਕੇ ਇੱਕ ਦਿਨ ਨਾ ਨਹਾਈਏ ਅਤੇ ਇਹ 'ਚੋਂ ਤਾਂ ਬਦਬੂ ਆਉਣ ਲੱਗ ਜਾਂਦੀ। ਜੇ ਹੁਣ ਮਨ ਕਰਕੇ ਕੋਈ ਸਾਲਾਂ ਬੱਧੀ ਨਹਾਵੇ ਨਾ, ਕਈ ਜੀਵਾਂ ਦੀ ਹੁਣ ਸਾਰੀ ਉਮਰ ਬੀਤ ਜਾਂਦੀ, ਨਾ ਤਾਂ ਉਹਨਾਂ ਨੇ ਕਦੇ ਸਿਮਰਨ ਕੀਤਾ, ਨਾ ਉਹ ਕਦੇ ਸਤਸੰਗ 'ਚ ਆਏ ਨੇ, ਨਾ ਉਹ ਨਾਮ ਦੇ ਨਾਲ ਜੁੜੇ ਨੇ। ਹੁਣ ਉਹਦੀ ਦੇਖੋ ਵੀ ਇੱਕ ਜੀਵ 20 ਸਾਲ ਤੋਂ ਜਾਂ 30 ਸਾਲ ਤੋਂ ਜਾਂ 50 ਸਾਲ ਤੋਂ ਜਿਹਨੇ ਇਸ਼ਨਾਨ ਹੀ ਨਹੀਂ ਕੀਤਾ ਕਿਤੇ, ਉਹਦੀ ਕੀ ਹਾਲਤ ਹੋਈ ਹੋਏਗੀ। ਉਹਦਾ ਮਨ ਕਿੰਨਾ ਮੈਲਾ ਹੋਏਗਾ, ਅਤੇ ਕਿੰਨੀ ਉਹਦੇ 'ਤੇ ਉਹ ਮੈਲ ਚੜ੍ਹ ਚੁੱਕੀ ਹੋਣੀ ਇੰਨੇ ਸਾਲਾਂ ਦੇ ਵਿੱਚ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡੇ ਜੀਵਨ ਦੀ ਜਾਂਚ ਹੈ, ਵੀ ਅਸੀਂ ਰੋਜ਼ ਆਉਂਦੇ ਹਾਂ, ਰੋਜ਼ ਦੀ ਰੋਜ਼ ਦਾ ਖੇਲ ਹੈ। ਸਵੇਰੇ ਆਏ ਅਤੇ ਹੁਣ ਸ਼ਾਮ ਨੂੰ ਅਸੀਂ ਵਾਪਸ ਜਾਣਾ, ਰਾਤ ਨੂੰ ਆਪਦੇ ਘਰ ਨੂੰ ਵਾਪਸ ਜਾਣਾ। ਹੁਣ ਜਿਹੜਾ ਅਸੀਂ ਦਿਨ ਦੇ ਸਮੇਂ ਇੱਧਰ ਕਰਮ ਕੀਤਾ, ਜਦੋਂ ਅਸੀਂ ਵਾਪਸ ਜਾਣਾ, ਅਸੀਂ ਇਸ਼ਨਾਨ ਕਰਕੇ ਸ਼ੁੱਧ ਹੋ ਕੇ ਜਾਣਾ, ਮਨ ਨੂੰ ਨਿਰਮਲ ਕਰਕੇ ਜਾਣਾ, ਵੀ ਮੈਲ ਨਾਲ ਨਹੀਂ ਲੈ ਕੇ ਜਾਣੀ, ਇੱਥੇ ਦੀ ਮੈਲ ਇੱਥੇ ਲਾ ਕੇ ਇੱਥੋਂ ਵਾਪਸ ਚਲੇ ਜਾਣਾ। ਜੇ ਹੁਣ ਅਸੀਂ ਮੈਲ ਲਾਈ ਨਹੀਂ ਅਤੇ ਅਸੀਂ ਵਾਪਸ ਜਾ ਹੀ ਨਹੀਂ ਸਕਾਂਗੇ, ਉਹ ਮੈਲ ਸਾਨੂੰ ਜਾਣ ਹੀ ਨਹੀਂ ਦਿੰਦੀ ਵਾਪਸ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ, ਅਤੇ ਰੋਜ਼ ਮਨ ਦਾ ਇਸ਼ਨਾਨ ਕਰਾਓ। ਤਾਈਆਂ ਹੁਣ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ। ਹੁਣ ਗੁਰਬਾਣੀ ਤਾਂ ਉਹੀ ਹੈ, ਨਿਤਨੇਮ ਉਹੀ ਹੈ, ਰੋਜ਼ ਆਪਾਂ ਸਤ ਸੰਗਤ ਕਰਦੇ ਹਾਂ, ਕਿਉਂਕਿ ਨਿੱਤ ਦੀ ਨਿੱਤ ਦਾ ਖੇਲ ਹੈ। ਨਿੱਤ ਆਪਾਂ ਆਏ ਹਾਂ ਅਤੇ ਖੇਲ ਚੱਲਣਾ, ਅਤੇ ਖੇਲ ਚਾਹੇ ਉਹੀ ਹੈ, ਪਰ ਮੈਲ ਸਾਡੇ 'ਤੇ ਲੱਗਦੀ, ਕਿਉਂਕਿ ਇੱਧਰ ਜਾਲ ਵਿਛਾਇਆ ਹੁੰਦਾ ਇਹਨਾਂ ਨੇ। ਜਿਉਂ ਹੀ ਆਪਾਂ ਆਉਂਦੇ ਹਾਂ, ਇੱਧਰ ਕਾਲ ਨੇ ਜਾਲ ਵਿਛਾਇਆ ਵੀ ਤਾਂ ਕਿ ਜਦੋਂ ਇੱਧਰ ਆਉਣ, ਇਹ ਧਿਆਨੇ ਲੱਗ ਜਾਣ ਅਤੇ ਜਾਲ 'ਚ ਫਸ ਜਾਣ ਅਤੇ ਵਾਪਸ ਨਾ ਮੁੜ ਸਕਣ। ਜਿਵੇਂ ਸ਼ਿਕਾਰੀ ਕੀ ਕਰਦਾ, ਚੋਗਾ ਖਿਲਾਰ ਕੇ ਉੱਤੇ ਜਾਲ ਵਿਛਾ ਦਿੰਦਾ। ਇਸੇ ਤਰ੍ਹਾਂ ਹੀ ਹੁਣ ਇਹ ਕਾਲ ਨੇ ਸਾਡੇ ਜਿਹੜੇ ਤਨ ਦੀ ਖੁਰਾਕ ਉਹ ਦੂਰ ਦੂਰ ਤੱਕ ਖਿਲਾਰ ਕੇ ਉੱਤੇ ਜਾਲ ਵਿਛਾਏ, ਵੀ ਤਾਂ ਕਿ ਜਦੋਂ ਤਨ ਵਾਸਤੇ ਕਿਰਤ ਕਰਨ ਅਤੇ ਜਾਲ 'ਚ ਫਸ ਜਾਣੇ, ਵਾਪਸ ਜਾ ਨਾ ਸਕਣ ਇੱਥੋਂ। ਹੁਣ ਜੇ ਆਪਾਂ ਨਾਲ ਸਿਮਰਨ ਕਰਦੇ ਹਾਂ ਅਤੇ ਆਪਾਂ ਇਹ ਜਾਲ ਨੂੰ ਕੱਟੀ ਜਾਂਦੇ। ਜੇ ਸਿਮਰਨ ਨਹੀਂ ਕਰਾਂਗੇ, ਇੱਧਰ ਧਿਆਨੇ ਲੱਗ ਗਏ ਅਤੇ ਜਾਲ 'ਚ ਫਸ ਗਏ ਅਤੇ ਵਾਪਸ ਨਹੀਂ ਜਾ ਸਕਾਂਗੇ। ਇਸ ਲਈ ਮਹਾਰਾਜ ਫਰਮਾਉਂਦੇ, ਜਾਲ ਪਸਾਰ ਚੋਗ ਵਿਸਥਾਰੀ, ਪੰਖੀ ਜਿਉ ਪਹਾਵਤ ਹੀ, ਕਹੋ ਨਾਨਕ ਬੰਧਨ ਕਾਟਨ ਕੋ, ਮੈਂ ਸਤਿਗੁਰ ਪੁਰਖ ਧਿਆਵਤ। ਵੀ ਇਹ ਜਿਹੜੇ ਬੰਧਨ ਸਾਡੇ ਮਨ ਦੇ ਵਿਚਾਰ ਬਣ ਜਾਂਦੇ, ਇਹਨਾਂ ਬੰਧਨਾਂ ਨੂੰ ਕੱਟਣ ਵਾਸਤੇ ਅਸੀਂ ਸਿਮਰਨ ਕਰਨਾ, ਤਾਂ ਕਿ ਅਸੀਂ ਇੱਧਰ ਬੰਧਨਾਂ 'ਚ ਵੱਜ ਨਾ ਜਾਈਏ, ਇਹਨਾਂ ਵਿਚਾਰਾਂ 'ਚ ਨਾ ਵੱਜ ਜੀ, ਕਿਉਂਕਿ ਇੱਧਰ ਵਿਚਾਰਾਂ ਦਾ ਜਾਲ ਹੈ।
ਜੇ ਅਸੀਂ ਵਿਚਾਰਾਂ 'ਚ ਬੰਧਨਾਂ 'ਚ ਵੱਜ ਗਏ ਤੇ ਅਸੀਂ ਵਾਪਸ ਨਹੀਂ ਜਾ ਸਕਾਂਗੇ। ਜਿਵੇਂ ਹੁਣ ਹੈ ਤਾਂ ਸਾਡੇ ਸੰਜੋਗ ਨੇ, ਪਰ ਜਦੋਂ ਅਸੀਂ ਇੱਧਰ ਬੰਧਨਾਂ 'ਚ ਵੱਜ ਜਾਂਦੇ ਅਸੀਂ ਕਹਿੰਦੇ ਹਾਂ ਸਾਡੇ ਨਹੀਂ। ਜਿਵੇਂ ਮਨਮੁਖ ਕਹਿੰਦਾ ਵੀ ਇਹ ਮੇਰੀਆਂ ਧੀਆਂ, ਇਹ ਮੇਰੇ ਪੁੱਤਰ ਨੇ, ਤੇ ਮਹਾਰਾਜ ਕਹਿੰਦੇ ਤੇਰੇ ਨਹੀਂ, ਇਹ ਸੰਜੋਗ ਹੈ। ਸਤਿਗੁਰੂ ਕਹਿੰਦੇ ਧੀਆਂ ਪੂਤ ਸੰਜੋਗ ਮਨਮੁਖ ਜਾਣੇ ਆਪਣੇ। ਮਨਮੁਖ ਕਹਿੰਦਾ ਮੇਰੇ ਨੇ, ਤੇ ਮਹਾਰਾਜ ਕਹਿੰਦੇ ਤੇਰੇ ਸੰਜੋਗੀ ਨੇ, ਪਿਛਲੇ ਜਨਮਾਂ ਦੇ ਤੁਸੀਂ ਸੰਜੋਗੀ ਇਕੱਠੇ ਹੋਏ ਹੋ, ਤੁਹਾਡੇ ਨਹੀਂ। ਜਿਨ੍ਹਾਂ ਨੂੰ ਅਸੀਂ ਹੁਣ ਸਾਡੇ ਕਹਿੰਦੇ ਹਾਂ ਉਹ ਪਹਿਲਾਂ ਕਿਸੇ ਦੇ ਹੋਰ ਸੀ। ਜਦੋਂ ਹੁਣ ਆਪਣੀ ਨਹੀਂ ਸੀ ਉਹ ਤਾਂ ਉਦੋਂ ਵੀ ਸੀਗੇ। ਇਹ ਤਾਂ ਨਹੀਂ ਵੀ ਉਹ ਜਿਹੜੇ ਬੱਚੇ ਉਹ ਸੰਸਾਰ 'ਚ ਹੁਣ ਨਵੇਂ ਆਏ ਹੈ, ਜਦੋਂ ਆਪਣੀ ਨਹੀਂ ਸੀ ਉਹ ਕਿਸੇ ਦੇ ਹੋਰ ਸੀ, ਉਦੋਂ ਵੀ ਸੀਗੇ। ਉਹਨਾਂ ਕੋਲ ਉਹਨਾਂ ਨੂੰ ਆਕਾਰ ਕੋਈ ਹੋਰ ਮਿਲਿਆ ਹੋਇਆ ਸੀ। ਉਦੋਂ ਕਿਸੇ ਹੋਰ ਦੇ ਧੀਆਂ ਪੁੱਤਰ ਸੀ, ਉਦੋਂ ਕਿਸੇ ਹੋਰ ਦੇ ਸੰਜੋਗੀ ਸੀ। ਜਦੋਂ ਹੁਣ ਆਪਣਾ ਇਹ ਕੋਲ ਆ ਗਈ ਤੇ ਉਹ ਆਪਣੇ ਨਾਲ ਸੰਜੋਗ ਜੁੜ ਗਿਆ ਉਹਨਾਂ ਦਾ। ਜਦੋਂ ਆਪਾਂ ਨਹੀਂ ਰਵਾਂਗੇ ਤੇ ਉਦੋਂ ਹੋਰ ਕਿਸੇ ਨਾਲ ਜੁੜ ਜੇ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਸੰਜੋਗ ਹੈ, ਸਾਡੇ ਨਹੀਂ ਹੈ, ਸੰਜੋਗੀ ਨੇ। ਤੇ ਮਨਮੁਖ ਕਹਿੰਦਾ ਮੇਰੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਝੂਠਾ ਮੋਹ ਬੰਧਨਾਂ ਦੇ ਵਿੱਚ ਅਸੀਂ ਬੱਝੇ ਹੋਏ ਕਹਿੰਦੇ ਹਾਂ ਵੀ ਸਾਡੇ। ਇਸ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈ, ਨਾ ਕੋਈ ਕਿਸੇ ਦੀ ਮਾਂ, ਨਾ ਕੋਈ ਕਿਸੇ ਦਾ ਪੁੱਤ, ਨਾ ਕੋਈ ਧੀ, ਸਿਰਫ ਸੰਜੋਗ। ਮਹਾਰਾਜ ਕਹਿੰਦੇ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹ ਭਰਮ ਭੁਲਾਈ। ਵੀ ਇਹ ਝੂਠੇ ਮੋਹ ਦੇ ਵਿੱਚ ਅਸੀਂ ਪਏ ਹੋਏ, ਬੰਧਨਾਂ 'ਚ ਬੱਝੇ ਹੋਏ ਭਰਮ ਦੇ ਵਿੱਚ ਅਸੀਂ ਕਹਿੰਦੇ ਹਾਂ ਸਾਡੇ, ਜਾਂ ਉਹ ਸਾਨੂੰ ਕਹਿੰਦੇ ਵੀ ਇਹ ਸਾਡੇ ਨਹੀਂ। ਔਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹਨਾਂ ਬੰਧਨਾਂ 'ਚ ਨਾ ਵੱਜ ਜਿਓ। ਜੇ ਅਸੀਂ ਇਹਨਾਂ ਬੰਧਨਾਂ 'ਚ ਵੱਜ ਗਏ ਤੇ ਬੰਧਨ ਸਾਨੂੰ ਯਾਦ ਨਹੀਂ ਹੋਣ ਦਿੰਦੇ, ਅਸੀਂ ਫਿਰ ਵਾਪਸ ਮੁੜ ਆਉਣਾ। ਇਹਨਾਂ ਬੰਧਨਾਂ 'ਚ ਬੱਝੇ ਹੋਈ ਅਸੀਂ ਵਾਰ-ਵਾਰ ਆਉਂਦੇ ਹਾਂ ਘਰਾਂ ਦੇ ਵਿੱਚ, ਵਾਰ-ਵਾਰ ਜੁੜਨਾ ਚਾਹੁੰਦੇ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਬੰਧਨ ਕੀ ਬੰਧਨ ਮਾਤ ਪਿਤਾ ਸਹਿਸਾਰ, ਵੀ ਸੰਸਾਰ ਮਾਂ ਪਿਓ ਧੀਆਂ ਪੁੱਤਰ ਇਹ ਸਭ ਸਾਡੇ ਮਨ ਦੇ ਬੰਧਨ ਬਣ ਕੇ ਐਸੇ ਸਾਡੇ ਪੈਰਾਂ ਦੇ ਵਿੱਚ ਬੇੜੀਆਂ ਪਈਆਂ, ਅਸੀਂ ਵਾਪਸ ਜਾ ਹੀ ਨਾ ਸਕੇ ਆਪਦੇ ਘਰ ਨੂੰ, ਆਪਦੇ ਦੇਸ਼। ਅਤੇ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹਨਾਂ ਬੰਧਨਾਂ ਤੋਂ ਯਾਦ ਹੋ, ਇਹਨਾਂ ਬੰਧਨਾਂ ਨੂੰ ਕੱਟੋ, ਇਹਨਾਂ ਬੇੜੀਆਂ ਨੂੰ ਕੱਟੋ। ਜੇ ਅਸੀਂ ਹੁਣ ਕੱਟ ਲਾਂਗੇ ਤਾਂ ਸੌਖਾ ਹੈ, ਜੇ ਨਹੀਂ ਕੱਟਾਂਗੇ ਤਾਂ ਉਦੋਂ ਤੱਕ ਟੁੱਟ ਹੀ ਜਾਂਦੇ ਜਦੋਂ ਸਾਡਾ ਅੰਤ ਸਮਾਂ ਆਉਂਦਾ। ਜਿਵੇਂ ਜਦੋਂ ਜੀਵ ਸਰੀਰ ਕਰਕੇ ਨਕਾਰਾ ਹੋ ਜਾਂਦਾ ਨਾ, ਇਹ ਜਿਹੜਾ ਵਡੇਪਾ ਜਰਾ, ਇਹ ਜਦੋਂ ਸਰੀਰ ਦੇ ਉੱਤੇ ਆ ਜਾਂਦਾ ਹੈ ਵਡੇਪਾ, ਜੀਵ ਨਕਾਰਾ ਹੋ ਜਾਂਦਾ, ਹੱਥ ਪੈਰ ਕੰਮ ਨਹੀਂ ਕਰਦੇ, ਕਿਉਂਕਿ ਸਰੀਰ ਦੀ ਪਤਾ ਨਹੀਂ ਕੀ ਹਾਲਤ ਹੋਣੀ ਅੰਤ ਸਮੇਂ। ਜਦੋਂ ਫਿਰ ਜੀਵ ਨਕਾਰਾ ਹੋ ਜਾਂਦਾ ਉਦੋਂ ਉਹਦੇ ਬੰਧਨ ਟੁੱਟਦੇ। ਉਹ ਜਿਹਨਾਂ ਨੂੰ ਆਪਦੇ ਕਹਿੰਦਾ ਉਦੋਂ ਬੋਝ ਮੰਨਦੇ, ਉਹਦੀ ਸਾਰ ਨਹੀਂ ਲੈਂਦੇ, ਉਹਨੂੰ ਪੁੱਛਦੇ ਨਹੀਂ। ਉਹ ਜਿੱਥੇ ਪਿਆ ਹੈ ਸਰੀਰ ਗਲ ਜਾਂਦਾ, ਖਰਾਬ ਹੋ ਜਾਂਦਾ, ਕੋਈ ਪਾਸਾ ਦਬਾਉਣ ਵਾਲਾ ਨਹੀਂ, ਵੀ ਪਾਸਾ ਹੀ ਦਬਾ ਦੇਵੇ, ਉਹ ਹਿੱਲਿਆ ਨਹੀਂ ਜਾਂਦਾ, ਉਦੋਂ ਉਹਦੇ ਬੰਧਨ ਟੁੱਟਦੇ। ਬਈ ਜਿਨ੍ਹਾਂ ਦੀ ਖਾਤਰ ਮੈਂ ਸਾਰੀ ਉਮਰ ਭੱਜ ਦੌੜ ਕਰਦਾ ਰਿਹਾ, ਇਹ ਹੁਣ ਮੇਰੀ ਬਾਤ ਨਹੀਂ ਪੁੱਛਦੀ। ਅਤੇ ਜਦੋਂ ਬੰਧਨ ਟੁੱਟਦੇ ਉਦੋਂ ਗਿਆਨ ਨਹੀਂ, ਇਹ ਨਹੀਂ ਭੇਦ ਬਈ ਹੁਣ ਬੰਧਨ ਟੁੱਟਣ ਤੋਂ ਮਗਰੋਂ ਮੈਂ ਜੁੜਨਾ ਕਿਹਦੇ ਨਾਲ। ਕਿਉਂਕਿ ਜਿਉਂਦੇ ਜੀ ਬੰਧਨ ਤੋੜ ਦਿੰਦਾ, ਸੰਗਤ ਕਰਦਾ ਅਤੇ ਪਰਮਾਤਮਾ ਨਾਲ ਜੁੜ ਜਾਂਦਾ, ਵਾਹਿਗੁਰੂ ਨਾਲ ਜੁੜ ਜਾਂਦਾ। ਅਤੇ ਵਾਹਿਗੁਰੂ ਨਾਲ ਜੁੜਿਆ ਹੁੰਦਾ ਅਤੇ ਉਹਨੂੰ ਦੁੱਖ ਨਾ ਹੁੰਦਾ, ਤਕਲੀਫ ਨਾ ਹੁੰਦੀ ਮਨ ਨੂੰ।
पर हुण निरंकार का भेद कोई नहीं, साध संगत की कोई नहीं, सिमन किया कोई नहीं, ज्ञान लिया कोई नहीं, तो इधरों बंधन टुट गए, तो गाह पता नहीं भी जुड़ना किहदे नाल, जाना कित्थे। तो इस करके फिर उदों जीव के पल्ले पछतावा ही रह जाता, उदों फिर वो पल्ले रोन ही होंदा, रोंदा ही है बस। वो किसी नूं ना तो आपदा दुख दस सकदा, उन्होंने पछतावा तो होंदा पर कोई पेश नहीं जाती, वो कुछ कर नहीं सकता। इस वास्ते फिर महाराज कहते भी देख हुण तेरी की हालत हो गई, तेरे नैणा चों पानी वग रहा, हुण जेड़े तेरे केस ने वो कालियां तो दुध चिट्टी हो गई, कन्ना तो तेनों सुनदा कोई नहीं, मुख चों तेरी आवाज़ नहीं निकलती कंठ दे विच, ते तो बोलिया नहीं जाता, हाथ पैर तेरे काम नहीं करते, तू आपदी क्रिया नहीं सोच सकता, हुण दस तू की करेंगा। मारे कहते नैनो नीर बहे तन खीना, भाई केस दुध वानी, रुदा कंठ शब्द नहीं उचरी, अब क्या करे प्राणी, हुण दस की करेंगे। सो इस वास्ते महाराज सानू पहला ही सावधान कर रहे भी जिन्होंने तुसी आपदे समझते हो ना, जदों तुहाडे ते मुसीबत पई इन्हां ने तुहाडा साथ नहीं देना, तुसी इन्हां झूठे बंधनां च ना बझे रहो, तुसी इन्हां तो याद हो गए, तुसी परमात्मा दे नाल निरंकार दे नाल जुड़ो, जिन्हें सानू इत्थे भी कल्लियां नहीं छड्डना, जदों असीं देह छड्डांगे उत्थे भी साडे नाल, उन्हें उत्थे भी सानू कल्ले नहीं छड्डना। इस वास्ते फिर कहते भी सतगुरु निरंकार वाहिगुरु अपने सिख का वो हलत पलत दोवें सवार दिते, सतगुर सिख का हलत पलत सवारी। भी जदों असीं आपस समर्पण कर दिता मालक नूं, सतगुर नूं, ते उन्हें आप ही साडा सवार देना। सारा जिहड़ा खेल है ये भरोसे का, भी सानू किन्ना क भरोसा मालक ते, सानू किन्ना क भरोसा गुरु ते, गुरु के बचनों ते सानू किन्नी क प्रतीत है। और ये भरम है जिहड़ा साडा, ये भरम तां खत्म हुंदा जदों सानू सतसंग च विश्वास होवे। महाराज कहंदे भरम की जाली ताकी काटी, जाको साध संगत विश्वासा। भी ये भरम जिहड़ा ये साडा भरम जल जाता, खत्म हो जाता, किहदा, जिन्हों सतसंग च विश्वास आ गया बचनां च, जिन्हें सत सत करके मन लिया गुरु के बचनों, वह भरम है जिहड़ा भरम खत्म हो जाना, मुक जाना। जे सानू विश्वास ही ना आया, ये साडा भरम खत्म नहीं होता। जे सानू भरोसा ही नहीं तो वह साडा भरम मुकना ही नहीं, असी भरम च ही रहना। इस वास्ते फिर आपां कहते भी जो सानू सतगुरु कह रहे, गुरबाणी गुरु नूं सत सत करके मनो, सतगुर की बाणी सत सत कर जानो, गुर सिखो हर करता आप मोहों कढाई। भी जदों असी गुरबाणी गुरु नूं सत सत करके मनांगे तो फिर साडे भरम खत्म होणगे। हुण मन का साडा मन उदों है गुरबाणी नूं जदों ये जागेगा, जाचा के सुता सुता मनदा कोई नहीं, सुते नूं तां पता ही नहीं भी कहिंदे की नहीं। सो इस वास्ते हुण सुते हुए मन नूं जगाउण लई पहलां ही आपां नूं सिमरन करना पैंदा। जदों हुण आपां ही सिमरन करांगे साडा मन जागेगा, जदों मन जागत अवस्था जाएगा फिर ही गुरबाणी गुरु नूं सत सत करके मन्नेगा। जाचा के सुता ये सत सत करके मनदा नहीं। इस वास्ते महाराज कहते सुते हुए मन नूं जगाओ, तो किवें जगाइए, रमाउंदे सिमर 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 गुर अपना सोया मन जगाई। आओ हुण जो सतगुरु आपां नूं सास गिरा सिमरन अभ्यास दसदे, आओ सारे गुरमुख प्यारे करो जी शुरू। वाहिगुरू वाहिगुरू वाहिगुरू।
ਗੁਰੂ ਵਾਹਿ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ, ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਆਪਣਾ ਮਨ ਸੁੱਤਾ ਹੋਇਆ ਜਾਗਤ ਅਵਸਥਾ 'ਚ, ਜਦੋਂ ਇਹ ਮਨ ਆਪਣਾ ਜਾਗੇਗਾ, ਇਹਦੇ ਗੁਰਬਾਣੀ ਗੁਰੂ ਨੂੰ ਮੰਨੇਗਾ, ਇਹਦੇ ਵਚਨ ਮੰਨੇਗਾ। ਜਾ ਕੇ ਸੁੱਤਾ ਉਹਨਾਂ ਸਮਾਂ ਹੀ ਮੰਨਦਾ ਨਹੀਂ। ਇਸ ਵਾਸਤੇ ਫਿਰ ਜਦੋਂ ਜਾਗੇਗਾ, ਫਿਰ ਮਨ ਨੂੰ ਕਹਿਣਗੇ ਵੀ ਇਸ਼ਨਾਨ ਕਰ ਲੈ, ਫਿਰ ਇਹ ਇਸ਼ਨਾਨ ਕਰ ਲੇਗਾ ਅੰਮ੍ਰਿਤਸਰ 'ਚ। ਫਿਰ ਇਹਨੂੰ ਕਹਿਣਗੇ ਪੂਜਾ ਕਰ ਲੈ, ਫਿਰ ਇਹ ਪੂਜਾ ਕਰ ਲੇਗਾ। ਜਾਣੀ ਦੀ ਫਿਰ ਹੀ ਇਹ ਸਾਰਾ ਕੁਛ ਕਰੇਗਾ ਜਦੋਂ ਇਹ ਜਾਗੇ। ਜਾ ਕੇ ਜਾਗਦਾ ਨਹੀਂ, ਉਹਨਾਂ ਸਮਾਂ ਹੀ ਮੰਨਦਾ ਨਹੀਂ। ਇਸ ਵਾਸਤੇ ਹੁਣ ਮਨ ਨੂੰ ਜਗਾਉਣ ਲਈ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਨਾਲ ਹੀ ਸਤ ਸੰਗਤ ਕਰਨੀ, ਜੋ ਸਤਿਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰ ਰਹੀ, ਉਹ ਗਿਆਨ ਦੀ ਮੱਤ ਨਾਲ ਮਨ ਨੂੰ ਦੇਣੀ, ਵੀ ਤਾਂ ਕਿ ਜਾਗਤ ਅਵਸਥਾ ਦੇ ਵਿੱਚ ਆਵੇ। ਕਈ ਵਾਰੀ ਜਾਗ ਪੈਂਦਾ, ਜਾ ਕੇ ਫਿਰ ਸੌਂ ਜਾਂਦਾ। ਜਦੋਂ ਫਿਰ ਇਹ ਸੌਂ ਨਾ ਜਾਵੇ, ਇਸ ਕਰਕੇ ਫਿਰ ਗਿਆਨ ਨਾਲ ਗਿਆਨ ਦੀ ਮੱਤ ਨੂੰ ਦਿੱਤੀ ਜਾਵੇ, ਵੀ ਜਾਗਤ ਅਵਸਥਾ 'ਚ ਰਹੇ, ਸੰਸਾਰ ਦੇ ਵਿੱਚ ਵਿਚਰਦੇ ਹੋਏ ਫਿਰ ਨਾ ਸੌਂ ਜੀ, ਫਿਰ ਨਾ ਭਰਮ 'ਚ ਚਲਾ ਜਾਵੇ। ਤਾਂ ਫਿਰ ਮਾਰੇ ਕਹਿੰਦੇ ਵੀ ਇਹ ਗਿਆਨ
ਤੇ ਨਾਲ ਹੀ ਸਿਮਰਨ, ਫਿਰ ਅਸੀਂ ਇਹ ਮਨ ਨੂੰ ਘਰ ਲੈ ਕੇ ਜਾ ਸਕਦੇ। ਪਰਮਾਉਂਦੇ ਮਨੁਆ ਕਿਉਂ ਘਰ ਵਾਸਾ ਵੀ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਗਿਆਨ ਦੀ ਮੱਤ ਦੇ ਕੇ ਇਹਨੂੰ ਫਿਰ ਅਸੀਂ ਘਰ ਲੈ ਜਾਣਾ ਹੈ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਬਹਿੰਦੇ ਉੱਠਦੇ ਕੰਮ ਕਰਦੇ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਖੋਜਣਾ ਵਿਚਾਰਨਾ ਕਿ ਸਾਨੂੰ ਕੀ ਉਪਦੇਸ਼ ਦੇ ਰਹੇ, ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ। ਗੁਰਮੁਖ ਜਨਾਂ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ, ਕਿਵੇਂ ਅਸੀਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਸਾਰਾ ਬੜਾ ਸੌਖਾ ਕਰਕੇ ਗੁਰਮੁਖਾਂ ਨੇ ਭੇਜ ਦਿੱਤਾ। ਇਹ ਆਪਾਂ ਸਾਰੇ ਮਿਲ ਸਕਦੇ, ਮਿਲਾਂਗੇ ਤਾਂ ਹੀ। ਹੁਣ ਜੇ ਸਾਡਾ ਮਨ ਜਾਗੇਗਾ, ਜੇ ਸਾਡੇ ਮਨ ਦੀ ਮੈਲ ਉਤਰੇਗੀ, ਮਨ ਨਿਰਮਲ ਹੋਏਗਾ, ਕਿਉਂਕਿ ਪਰਮਾਤਮਾ ਨਿਰਮਲ ਹੈ, ਉਹਨੂੰ ਮੈਲ ਨਹੀਂ ਲੱਗਦੀ। ਅਤੇ ਜਿਹੜਾ ਮਨ ਨਿਰਮਲ ਹੋ ਗਿਆ, ਨਿਰਮਲ ਹੀ ਮਨ ਮਿਲ ਸਕਦਾ ਮਾਲਕ ਨੂੰ। ਮਾਰੇ ਫਰਮਾਉਂਦੇ ਮੇਰਾ ਪ੍ਰਭ ਸਦ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਬਈ ਮਨ ਨਿਰਮਲ ਹੋਏਗਾ ਅਤੇ ਫਿਰ ਹੀ ਮਿਲੇਗਾ। ਜੇ ਮੈਲਾ ਅਤੇ ਮੈਲੇ ਨੂੰ ਨਜ਼ਰ ਹੀ ਨਹੀਂ ਆਉਣੀ, ਸਾਹਮਣੇ ਹੁੰਦਾ ਹੋਇਆ ਵੀ ਦਿਸਣਾ ਨਹੀਂ, ਸਾਨੂੰ ਪਹਿਚਾਣ ਹੀ ਨਹੀਂ ਆਉਣੀ। ਇਸ ਵਾਸਤੇ ਫਿਰ ਮਨ ਨੂੰ ਸ਼ੁੱਧ ਕਰਨ ਵਾਸਤੇ ਸਤਸੰਗ ਅਤੇ ਸਿਮਰਨ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।